ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਬਾਲ ਵਿਕਾਸ ਦੀ MCQ ਕਲਾਸ ਦੇ ਵਿੱਚ PS ਟੈਟ ਪੇਪਰ 1 ਅਤੇ 2 ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੁਝ CDP ਦੇ ਕੰਸੈਪਟ ਸਮਝਾਂਗੇ, ਪ੍ਰਸ਼ਨ ਸਮਝਾਂਗੇ ਐਂਡ ਜਿਹੜੇ ਵੀ ਪ੍ਰਸ਼ਨ ਆਪਾਂ ਡਿਸਕਸ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਪੁਰਾਣੇ ਪ੍ਰਸ਼ਨਾਂ ਦੇ ਵਿੱਚੋਂ ਲਏ ਗਏ ਪ੍ਰਸ਼ਨ ਹੈਗੇ ਆ। ਜੇਕਰ ਤੁਸੀਂ ਇਹਨਾਂ ਵੀਡੀਓਜ਼ ਨੂੰ ਦੇਖ ਲੈਂਦੇ ਹੋ, ਸਮਝ ਲੈਂਦੇ ਹੋ ਤਾਂ ਤੁਹਾਡੀ PS ਟੈਟ ਦੀ ਪ੍ਰੀਖਿਆ ਵਧੀਆ ਢੰਗ ਨਾਲ ਹੋ ਸਕਦੀ ਹੈ। ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਸੋ ਦੇਖਦੇ ਹਾਂ ਪਹਿਲਾ ਜਿਹੜਾ ਪ੍ਰਸ਼ਨ ਹੈਗਾ ਆ। ਪਹਿਲੇ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਟਰਸਟ ਵਰਸਸ ਮਿਸਟਰਸਟ ਦੀ ਜਿਹੜੀ ਸਟੇਜ ਹੈਗੀ ਆ ਐਂਡ ਇਹ ਇੱਕ ਹੈਗੀ ਆ ਸਾਈਕੋ ਸੋਸ਼ਲ ਡਿਵੈਲਪਮੈਂਟ ਦੀ ਥਿਊਰੀ, ਅਤੇ ਇਹਦੇ ਵਿੱਚ ਜਿਹੜਾ ਸਪੈਸੀਫਿਕ ਪੀਰੀਅਡ ਆਫ ਏਜ ਜਿਹੜਾ ਹੈਗਾ ਆ ਉਹ ਤੁਹਾਨੂੰ ਕਿਹੜੇ ਪੀਰੀਅਡ ਦੇ ਵਿੱਚ ਟਰਸਟ ਵਰਸਸ ਮਿਸਟਰਸਟ ਸਟੇਜ ਵੇਖਣ ਨੂੰ ਮਿਲਦੀ ਹੈ। ਮਨੋਵਿਗਿਆਨਿਕ ਸਮਾਜਿਕ ਵਿਕਾਸ ਦਾ ਵਿਸ਼ਵਾਸ ਬਨਾਮ ਅਵਿਸ਼ਵਾਸ ਪੜਾਅ ਉਮਰ ਦੇ ਕਿਸ ਦੌਰ ਦੀ ਨੁਮਾਇੰਦਗੀ ਕਰਦਾ ਹੈ? ਕਿ ਇਹ ਜਿਹੜਾ ਪੜਾਅ ਹੈ ਤੁਹਾਨੂੰ ਜਨਮ ਤੋਂ ਲੈ ਕੇ 1.5 ਸਾਲ ਤੱਕ ਦੇਖਣ ਨੂੰ ਮਿਲਦਾ ਹੈ, ਜਾਂ ਫਿਰ 1.5 ਸਾਲ ਤੋਂ ਲੈ ਕੇ 3 ਸਾਲ ਤੱਕ ਦੇ ਬੱਚਿਆਂ ਵਿੱਚ ਵੇਖਣ ਨੂੰ ਮਿਲਦਾ ਹੈ, ਜਾਂ ਫਿਰ 3 ਸਾਲ ਤੋਂ ਲੈ ਕੇ 6 ਸਾਲ ਦੇ ਬੱਚਿਆਂ ਤੱਕ, ਜਾਂ ਫਿਰ 6 ਸਾਲ ਤੋਂ ਲੈ ਕੇ 12 ਸਾਲ ਦੇ ਬੱਚਿਆਂ ਤੱਕ ਵੇਖਣ ਨੂੰ ਮਿਲਦਾ ਹੈ। ਸੋ ਇਹ ਜਿਹੜੀ ਥਿਊਰੀ ਹੈਗੀ ਆ, ਇਹ ਥਿਊਰੀ ਐਰਿਕ ਐਰਿਕਸਨ ਦੀ ਥਿਊਰੀ ਹੈ, ਜਿਹੜੀ ਸਾਈਕੋ ਸੋਸ਼ਲ ਥਿਊਰੀ ਹੈ, ਜਿਹਦੇ ਵਿੱਚ ਪਹਿਲੀ ਜਿਹੜੀ ਸਟੇਜ ਹੈਗੀ ਆ ਉਹ ਤੁਹਾਨੂੰ ਟਰਸਟ ਵਰਸਸ ਮਿਸਟਰਸਟ ਦੇਖਣ ਨੂੰ ਮਿਲਦੀ ਹੈ ਐਂਡ ਇਹਦਾ ਟਾਈਮ ਪੀਰੀਅਡ ਤੁਹਾਨੂੰ ਜਨਮ ਤੋਂ ਲੈ ਕੇ 1.5 ਸਾਲ ਤੱਕ ਦੇਖਣ ਨੂੰ ਮਿਲਦਾ ਹੈ। ਚਾਰਟ ਦੀ ਮਦਦ ਨਾਲ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝ ਵੀ ਸਕਦੇ ਹੋ। ਪਹਿਲਾਂ ਤੁਸੀਂ ਸਹੀ ਜਵਾਬ 'ਤੇ ਟਿਕ ਲਗਾ ਲਓ। ਜਿਵੇਂ ਮੈਂ ਤੁਹਾਡੇ ਸਾਹਮਣੇ ਐਰਿਕ ਐਰਿਕਸਨ ਦੀ ਜਿਹੜੀ ਸਾਈਕੋ ਸੋਸ਼ਲ ਡਿਵੈਲਪਮੈਂਟ ਥਿਊਰੀ ਹੈਗੀ ਹੈ, ਜਿਹੜੀ ਕਿ 8 ਸਟੇਜਸ ਦੇ ਵਿੱਚ ਵੇਖਣ ਨੂੰ ਮਿਲਦੀ ਹੈ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਟੇਜਾਂ ਦੇ ਨਾਮ ਕਿਹੜੇ-ਕਿਹੜੇ ਨੇ ਐਂਡ ਜਿਹੜਾ ਪ੍ਰਸ਼ਨ ਆਇਆ ਸੀ ਕਿ ਟਰਸਟ ਵਰਸਸ ਮਿਸਟਰਸਟ। ਸੋ ਇੱਥੇ ਦੇਖੋ ਤੁਸੀਂ ਜਨਮ ਤੋਂ ਲੈ ਕੇ 18 ਮਹੀਨਿਆਂ ਤੱਕ, ਭਾਵ ਜਨਮ ਤੋਂ ਲੈ ਕੇ 1.5 ਸਾਲ ਤੱਕ ਦੇ ਜਿਹੜੇ ਬੱਚੇ ਹੁੰਦੇ ਨੇ ਜੀ, ਉਹਨਾਂ ਵਿੱਚ ਤੁਹਾਨੂੰ ਇਹ ਜਿਹੜੀ ਸਟੇਜ ਹੈਗੀ ਆ ਜੀ ਵੇਖਣ ਨੂੰ ਮਿਲਦੀ ਹੈ। ਇੱਕ ਵਾਰ ਤੁਸੀਂ ਵੈਸੇ ਦੇਖ ਲਓ। ਦੂਜੇ ਨੰਬਰ 'ਤੇ ਆਟੋਨੋਮੀ ਵਰਸਸ ਸ਼ੇਮ ਐਂਡ ਡਾਊਟ, ਤੀਸਰੇ 'ਤੇ ਇਨੀਸ਼ੀਏਟਿਵ ਵਰਸਸ ਗਿਲਡ, ਚੌਥੇ 'ਤੇ ਇੰਡਸਟਰੀ ਵਰਸਸ ਇਨਫੀਰੀਅਰਿਟੀ, ਪੰਜਵੇਂ 'ਤੇ ਆਈਡੈਂਟੀਟੀ ਵਰਸਸ ਰੋਲ ਕਨਫਿਊਜ਼ਨ, ਛੇਵੇਂ 'ਤੇ ਇੰਟੀਮੇਸੀ ਵਰਸਸ ਆਈਸੋਲੇਸ਼ਨ, ਸੱਤਵੇਂ 'ਤੇ ਜਨਰੇਟਿਵਿਟੀ ਵਰਸਸ ਸਟੈਗਨੇਸ਼ਨ, ਅੱਠਵੇਂ 'ਤੇ ਇੰਟੀਗ੍ਰੇਟੀ ਵਰਸਸ ਡਿਸਅਪੀਅਰ। ਟਾਈਮ ਪੀਰੀਅਡ ਦੇਖ ਲਓ ਐਂਡ ਸਾਈਕੋਲੋਜੀਕਲ ਕ੍ਰਾਈਸਿਸ ਦੇਖ ਲਓ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਜ ਦੇ ਅਗਲੇ ਪ੍ਰਸ਼ਨ ਦੇ ਉੱਤੇ। ਇਹੋ ਜਿਹਾ ਕਿਹੜਾ ਪਰਸਨ ਸੀ ਹੂ ਸੈਡ ਦੈਟ ਡਿਵੈਲਪਮੈਂਟ ਆਫ ਐਨ ਇੰਡੀਵਿਜੂਅਲ ਇਜ਼ ਦ ਰਿਜ਼ਲਟ ਆਫ ਹਿਜ਼ ਇੰਟਰੈਕਸ਼ਨ ਵਿਦ ਹਿਜ਼ ਸੋਸ਼ਲ ਇਨਵਾਇਰਮੈਂਟ? ਕਿਹੜੇ ਵਿਅਕਤੀ ਅਨੁਸਾਰ ਜਾਂ ਫਿਰ ਕਿਹੜੇ ਮਨੋਵਿਗਿਆਨੀ ਅਨੁਸਾਰ ਵਿਕਾਸ ਉਸਦੇ ਆਪਣੇ ਸਮਾਜਿਕ ਵਾਤਾਵਰਣ ਨਾਲ ਪਰਸਪਰ ਪ੍ਰਭਾਵ ਦਾ ਨਤੀਜਾ ਹੈ? ਸੋ ਕੀ ਉਹਨਾਂ ਦਾ ਨਾਮ ਫਰੋਇਡ ਹੈ, ਕੀ ਉਹਨਾਂ ਦਾ ਨਾਮ ਪਿਆਜੇ ਹੈ, ਕੋਲਬਰਗ ਹੈ, ਜਾਂ ਫਿਰ ਐਰਿਕਸਨ ਹੈ? ਸਹੀ ਜਵਾਬ ਦੀ ਜੇਕਰ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਤੁਹਾਡਾ ਸਹੀ ਜਵਾਬ ਹੋਏਗਾ ਜੀ ਐਰਿਕਸਨ। ਹੁਣੇ ਆਪਾਂ ਸਾਈਕੋ ਸੋਸ਼ਲ ਥਿਊਰੀ ਬਾਰੇ ਸਮਝ ਕੇ ਆਏ ਹਾਂ। ਸੋ ਉਹ ਥਿਊਰੀ ਦਿੱਤੀ ਕਿਹਨੇ ਸੀ? ਐਰਿਕ ਐਰਿਕਸਨ ਨੇ ਉਹ ਥਿਊਰੀ ਦਿੱਤੀ ਸੀਗੀ। ਸੋ ਵੇਖੋ, ਇੱਕ ਟੌਪਿਕ ਤੋਂ ਹੀ ਪੁਰਾਣੇ ਪ੍ਰਸ਼ਨਾਂ ਦੇ ਵਿੱਚੋਂ 2 ਪ੍ਰਸ਼ਨ ਬਣ ਚੁੱਕੇ ਆ ਐਂਡ ਆਪਣੇ ਚੈਨਲ 'ਤੇ ਇਹਦੀ ਥਿਊਰੀ ਵੀ ਅਵੇਲੇਬਲ ਹੈਗੀ ਆ, ਤੁਸੀਂ ਉਹਨੂੰ ਦੇਖ ਸਕਦੇ ਹੋ, ਤੁਹਾਡੀ ਅੰਡਰਸਟੈਂਡਿੰਗ ਕੰਪਲੀਟ ਹੋ ਜਾਏਗੀ। ਸੋ ਆਪਸ਼ਨ ਨੰਬਰ D ਜਵਾਬ 'ਤੇ ਤੁਸੀਂ ਲਗਾ ਦਿਓ ਟਿਕ ਕਿ ਐਰਿਕਸਨ ਦੁਆਰਾ ਡਿਵੈਲਪਮੈਂਟ ਆਫ ਐਨ ਇੰਡੀਵਿਜੂਅਲ ਇਜ਼ ਦਾ ਰਿਜ਼ਲਟ ਆਫ ਇੰਟਰੈਕਸ਼ਨ ਵਿਦ ਇਟਸ ਸੋਸ਼ਲ ਇਨਵਾਇਰਮੈਂਟ ਵਾਲੀ ਥਿਊਰੀ ਹੈਗੀ ਆ ਜੀ, ਜਾਂ ਫਿਰ ਇਹ ਗੱਲਾਂ ਇਹਨਾਂ ਦੁਆਰਾ ਕਹੀਆਂ ਗਈਆਂ ਨੇ। ਸੋ ਆਪਸ਼ਨ ਨੰਬਰ D ਜਵਾਬ 'ਤੇ ਲਗਾ ਲਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਕੋਲਬਰਗ ਦੀ ਇੱਕ ਥਿਊਰੀ ਹੈਗੀ ਆ ਮੋਰਲ ਡਿਵੈਲਪਮੈਂਟ ਦੀ। ਕੋਲਬਰਗ ਨੇ ਇੱਕ ਮੋਰਲ ਡਿਵੈਲਪਮੈਂਟ ਦੀ ਥਿਊਰੀ ਦਿੱਤੀ ਹੈ ਐਜ਼ ਦ ਡਿਵੈਲਪਮੈਂਟ ਆਫ ਐਨ ਇੰਡੀਵਿਜੂਅਲ ਸੈਂਸਿਸ ਆਫ ਡੈਸ਼। ਕੋਲਬਰਗ ਨੇ ਨੈਤਿਕ ਵਿਕਾਸ ਨੂੰ ਵਿਅਕਤੀ ਦੀ ਡੈਸ਼ ਦੇ ਵਿਕਾਸ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਹੈ। ਕਿ ਇਹਦਾ ਜਵਾਬ ਇਕੁਐਲਿਟੀ ਹੈ, ਸਮਾਨਤਾ, ਲਿਬਰਟੀ, ਸੁਤੰਤਰਤਾ, ਜਸਟਿਸ, ਨਿਆਂ, ਫਰੈਟਰਨਿਟੀ, ਭਾਈਚਾਰਾ। ਸੋ ਕੋਲਬਰਗ ਦੁਆਰਾ ਨਾ ਇੱਕ ਮੋਰਲ ਡਿਵੈਲਪਮੈਂਟ ਦੀ ਥਿਊਰੀ ਦਿੱਤੀ ਗਈ ਹੈ, ਜਿਹਦੇ ਵਿੱਚ ਹਿੰਜ ਨਾਮ ਦਾ ਵਿਅਕਤੀ ਆਪਦੀ ਘਰਵਾਲੀ ਦੀ ਜਾਨ ਬਚਾਉਣ ਦੇ ਲਈ ਦੁਕਾਨ ਤੋਂ ਚੋਰੀ ਕਰ ਲੈਂਦਾ ਆ ਦਵਾਈ ਦੀ, ਕਿਉਂਕਿ ਦਵਾਈ ਦਾ ਰੇਟ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਆ। ਅਤੇ ਉਸ ਤੋਂ ਬਾਅਦ ਜਦੋਂ ਡਾਕਟਰ ਦੁਆਰਾ ਜਾਂ ਫਿਰ ਕਹਿ ਲਓ ਕਿ ਕੋਲਬਰਗ ਦੁਆਰਾ ਇਹ ਕਹਾਣੀ ਕਾਫੀ ਜਣਿਆਂ ਨੂੰ ਸੁਣਾਈ ਗਈ, ਬੱਚਿਆਂ ਨੂੰ ਸੁਣਾਈ ਗਈ, ਬੁੱਢਿਆਂ ਨੂੰ ਸੁਣਾਈ ਗਈ, ਆਪਣੀ ਵਰਗੀ ਏਜ ਦੇ ਲੋਕਾਂ ਨੂੰ ਸੁਣਾਈ ਗਈ, ਅਤੇ ਪੁੱਛਿਆ ਦੱਸੋ ਹੈਂਜ ਨਾਮ ਦੇ ਵਿਅਕਤੀ ਨੇ ਜੋ ਕੀਤਾ ਉਹ ਠੀਕ ਸੀ ਕਿ ਗਲਤ ਸੀਗਾ? ਸੋ ਇਸ ਆਧਾਰ 'ਤੇ ਹੀ ਉਹਨੇ ਇਸ ਥਿਊਰੀ ਨੂੰ ਬਣਾਇਆ ਸੀਗਾ।
ਸੋ ਇਹ ਜਿਹੜੀ ਥਿਊਰੀ ਹੈਗੀ ਆ ਇਹਨੂੰ ਤੁਸੀਂ ਕਹਿ ਸਕਦੇ ਹੋ ਆਪਸ਼ਨ ਨੰਬਰ ਸੀ ਜਸਟਿਸ, ਕਿ ਇਹਦੇ ਤੇ ਹੈਗੀ ਆ ਬੇਸਡ ਹੈਗੀ ਆ। ਸੋ ਆਪਸ਼ਨ ਨੰਬਰ ਸੀ ਜਸਟਿਸ ਨਿਆਂ, ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਪ੍ਰਸ਼ਨ ਦੇਖੋ ਕੀ ਡਿਮਾਂਡ ਕਰਦਾ ਹੈ, 6 ਸਟੇजेस ਆਫ ਲਾਰੈਂਸ ਕੋਲਬਰਗ ਮੋਰਲ ਡਿਵੈਲਪਮੈਂਟ ਥਿਊਰੀ। ਹਾਂ, ਇਹ ਵੈਸੇ ਕੁਐਸਚਨ ਨਹੀਂ ਆ, ਇਹ ਗਲਤੀ ਨਾਲ ਮੈਂ ਇੱਥੇ 48 ਲਿਖਤਾ ਆ, ਬਟ ਤੁਸੀਂ ਇੰਨੀ ਗੱਲ 48 ਦਾ ਮਤਲਬ ਕੀ ਆ 48 ਕਨਸੈਪਟ ਦਾ ਤੁਸੀਂ ਦੇਖ ਲਓ ਕਿ ਆ 6 ਸਟੇजेस ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ। 3 ਤਾਂ ਇਹਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੇ ਨੇ ਜੀ ਲੈਵਲ, ਆ ਪਹਿਲਾ ਲੈਵਲ ਆ, ਆ ਦੂਜਾ ਲੈਵਲ ਆ, ਲਾਸਟ ਲੈਵਲ ਹੈਗਾ ਆ ਪ੍ਰੀ ਕਨਵੈਨਸ਼ਨਲ ਲੈਵਲ, ਕਨਵੈਨਸ਼ਨਲ ਲੈਵਲ ਤੇ ਪੋਸਟ ਕਨਵੈਨਸ਼ਨਲ ਲੈਵਲ ਹੀ ਹੋਣਾ ਆ। ਸੋ ਦੇਖ ਲਓ ਓਬੀਡੀਐਂਸ ਵਰਸਸ ਪਨਿਸ਼ਮੈਂਟ ਓਰੀਐਂਟੇਸ਼ਨ, ਇੰਡੀਵਿਜੂਅਲਿਜ਼ਮ ਐਂਡ ਐਕਸਚੇਂਜ, ਇੰਟਰਪਰਸਨਲ ਐਂਡ ਰਿਲੇਸ਼ਨਸ਼ਿਪ, ਮੇਨਟੇਨਿੰਗ ਸੋਸ਼ਲ ਆਰਡਰ। ਪੰਜਵੇਂ ਤੇ ਵੇਖੋ ਸੋਸ਼ਲ ਕੰਟਰੈਕਟ ਐਂਡ ਇੰਡੀਵਿਜੂਅਲ ਰਾਈਟਸ, ਯੂਨੀਵਰਸਲ ਪ੍ਰਿੰਸੀਪਲਸ ਲਾਸਟ ਤੇ। ਅਗਲਾ ਪ੍ਰਸ਼ਨ ਦੇਖੋ, ਪਿਆਜੇ ਦੇ ਅਕੋਰਡਿੰਗ ਕਿਹੜੀ ਸਟੇਜ ਦੇ ਵਿੱਚ ਕਰੈਕਟਰਾਈਜ਼ਡ ਬਾਈ ਦਾ ਐਬਸੈਂਸ ਆਫ ਲੈਂਗੁਏਜ। ਪਿਆਜੇ ਦੇ ਅਨੁਸਾਰ ਕਿਹੜੀ ਉਮਰ ਭਾਸ਼ਾ ਦੀ ਗੈਰ ਮੌਜੂਦਗੀ ਨਾਲ ਵਿਸ਼ੇਸ਼ ਤੌਰ ਤੇ ਸੰਬੰਧਿਤ ਹੈ। ਸੋ ਕਿਹੜੀ ਸਟੇਜ ਹੋਊਗੀ ਜੀ ਪਿਆਜੇ ਦੀ ਕੋਗਨੀਟਿਵ ਜਾਂ ਫਿਰ ਬੋਧਾਤਮਕ ਵਿਕਾਸ ਦੀ ਥਿਊਰੀ ਵਿੱਚ ਤੁਹਾਨੂੰ 4 ਸਟੇਜਸ ਦੇਖਣ ਨੂੰ ਮਿਲਦੀਆਂ ਨੇ, ਤੇ ਉਹਨਾਂ 4 ਸਟੇਜਸ ਦੇ ਵਿੱਚ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਆ ਕਿ ਭਾਸ਼ਾ ਦੀ ਜਿਹੜੀ ਗੈਰ ਮੌਜੂਦਗੀ ਨਾਲ ਵਿਸ਼ੇਸ਼ ਸੰਬੰਧਿਤ ਹੈਗੀ ਆ ਕਿਹੜੀ ਸਟੇਜ। ਜਨਮ ਤੋਂ ਲੈ ਕੇ 2 ਸਾਲ ਤੱਕ, ਜਾਂ ਫਿਰ 2 ਸਾਲ ਤੋਂ 7 ਸਾਲ, 7 ਸਾਲ ਤੋਂ 11 ਸਾਲ, 12 ਤੋਂ 15 ਸਾਲ। ਸਹੀ ਜਵਾਬ ਦੀ ਗੱਲ ਕਰੀਏ ਤਾਂ ਜਨਮ ਤੋਂ ਲੈ ਕੇ 2 ਸਾਲ ਤੱਕ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੱਚਾ ਇੰਨਾ ਬੋਲਦਾ ਨਹੀਂ ਹੁੰਦਾ, ਸੋ ਭਾਸ਼ਾ ਦੀ ਗੈਰ ਮੌਜੂਦਗੀ ਨਾਲ ਵਿਸ਼ੇਸ਼ ਤੌਰ ਤੇ ਸੰਬੰਧਿਤ ਹੈ। ਸੋ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਬਾਕੀ ਇਸ ਥਿਊਰੀ ਦੇ ਜਿਹੜੇ 4 ਕਰੈਕਟਰਿਸਟਿਕਸ ਨੇ, ਇਹਨਾਂ ਦੇ ਨਾਮ ਜਿਹੜੇ ਹੈਗੇ ਆ ਇਕੱਲੀ ਸਟੇਜ ਦੇ, ਉਹ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਕਮੈਂਟ ਕਰਿਓ ਤਾਂ ਜੋ ਮੈਨੂੰ ਪਤਾ ਲੱਗ ਸਕੇ ਕਿ ਪਿਆਜੇ ਦੀ ਥਿਊਰੀ ਤੁਹਾਨੂੰ ਆਉਂਦੀ ਆ ਜਾਂ ਫਿਰ ਨਹੀਂ ਆਉਂਦੀ। ਆਪਸ਼ਨ ਨੰਬਰ ਏ ਤੇ ਟਿਕ ਕਰਨ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਹੂ ਡਿਵੈਲਪਡ ਦਾ ਕਨਸੈਪਟ ਆਫ ਮੈਂਟਲ ਏਜ, ਮਾਨਸਿਕ ਉਮਰ ਦਾ ਸੰਕਲਪ ਇਹ ਡਿਵੈਲਪ ਕੀਤਾ ਕਿਹਨੇ ਸੀਗਾ? ਕੀ ਇਹਨਾਂ ਦਾ ਨਾਮ ਬਿਨੇ ਹੈ, ਕੋਲਬਰਗ ਹੈ, ਗਿਲਫਰਡ ਹੈ ਜਾਂ ਫਿਰ ਥਰਸਟਨ ਹੈ? ਸਹੀ ਜਵਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਇੱਥੇ ਜਿਹੜਾ ਕਨਸੈਪਟ ਹੈਗਾ ਆ ਮੈਂਟਲ ਏਜ ਦਾ, ਇਹ ਦਿੱਤਾ ਸੀਗਾ ਜੀ ਕੋਲਬਰਗ ਨੇ, ਸੌਰੀ ਕੋਲਬਰਗ ਨੇ ਨਹੀਂ, ਇਹ ਕਨਸੈਪਟ ਦਿੱਤਾ ਸੀਗਾ ਜੀ ਬਿਨੇ ਨੇ। ਕਿਹਨੇ ਦਿੱਤਾ ਸੀਗਾ? ਬਿਨੇ ਦੁਆਰਾ ਮੈਂਟਲ ਏਜ ਦਾ ਕਨਸੈਪਟ ਦਿੱਤਾ ਗਿਆ ਸੀਗਾ। ਸੋ ਆਪਸ਼ਨ ਨੰਬਰ ਏ ਜਵਾਬ ਤੇ ਤੁਸੀਂ ਲਗਾ ਲਿਓ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਹਰਲੌਕ ਦੀ ਗੱਲ ਕੀਤੀ ਜਾ ਰਹੀ ਹੈ ਕਿ ਅਕੋਰਡਿੰਗ ਟੂ ਹਰਲੌਕ ਪ੍ਰੋਗਰੈਸਿਵ series of changes that occurs in an orderly predictable pattern as a result of maturation and experience is called। ਕਿ ਹਰਲੌਕ ਅਨੁਸਾਰ ਪਰਿਪੱਕਤਾ ਅਤੇ ਤਜਰਬੇ ਦੇ ਨਤੀਜੇ ਵਜੋਂ ਇੱਕ ਕ੍ਰਮਬੱਧ ਅਨੁਮਾਨਯੋਗ ਸ਼ੈਲੀ ਵਿੱਚ ਵਾਪਰਨ ਵਾਲੀਆਂ ਤਬਦੀਲੀਆਂ ਦੀ ਪ੍ਰਗਤੀਸ਼ੀਲ ਲੜੀ ਨੂੰ ਕਿਹਾ ਕੀ ਜਾਂਦਾ ਆ? ਕਿ ਇਹਨੂੰ ਆਪਾਂ ਗਰੋਥ ਜਾਂ ਫਿਰ ਵਾਧਾ ਕਹਿੰਦੇ ਆ, ਡਿਵੈਲਪਮੈਂਟ ਜਾਂ ਫਿਰ ਵਿਕਾਸ ਕਹਿੰਦੇ ਆ, ਜਾਂ ਫਿਰ ਦੋਨੋਂ ਹੀ ਆਪਾਂ ਕਹਿੰਦੇ ਆ, ਜਾਂ ਫਿਰ ਇਹਨਾਂ 'ਚੋਂ ਆਪਾਂ ਕੋਈ ਵੀ ਨਹੀਂ ਕਹਿੰਦੇ। ਜੇਕਰ ਆਪਾਂ ਗੱਲ ਕਰੀਏ ਕਿ ਤੁਹਾਨੂੰ ਜਿਹੜਾ ਵਿਕਾਸ ਹੈਗਾ ਆ, ਸਹੀ ਜਵਾਬ ਦੀ ਗੱਲ ਕਰਾਂਗੇ ਆਪਾਂ, ਉਹ ਤੁਹਾਨੂੰ ਇੱਕ ਸੀਰੀਜ਼ ਦੇ ਵਿੱਚ, ਇੱਕ ਆਰਡਰ ਦੇ ਵਿੱਚ ਦੇਖਣ ਨੂੰ ਮਿਲਦਾ ਆ। ਸੋ ਕਿਤੇ ਨਾ ਕਿਤੇ ਡਿਵੈਲਪਮੈਂਟ ਨਾਲ ਇਹ ਜਿਹੜਾ ਪ੍ਰਸ਼ਨ ਹੈਗਾ ਆ ਰਿਲੇਟਡ ਹੈਗਾ ਆ। ਸੋ ਦੇਖੋ ਪ੍ਰੋਗਰੈਸਿਵ ਸੀਰੀਜ਼ ਆਫ ਚੇਂਜਸ ਦੈਟ ਅਕਰਸ ਇਨ ਐਨ ਆਰਡਰਲੀ, ਤੁਸੀਂ ਡਿਵੈਲਪਮੈਂਟ ਨੂੰ ਪ੍ਰੀਡਿਕਟ ਕਰ ਸਕਦੇ ਹੋ ਬਟ ਗਰੋਥ ਨੂੰ ਨਹੀਂ ਕਰ ਸਕਦੇ। ਸੋ ਪ੍ਰੀਡਿਕਟ ਕੀਤਾ ਜਾ ਸਕਦਾ ਆ ਕਿ ਬੱਚੇ ਦਾ ਹੁਣ ਇਸ ਤਰ੍ਹਾਂ ਵਿਕਾਸ ਹੋਊਗਾ। ਸੋ ਬਿਲਕੁਲ ਆਰਡਰਲੀ ਪ੍ਰੈਡਿਕਟੇਬਲ ਪੈਟਰਨ ਐਜ਼ ਅ ਰਿਜ਼ਲਟ ਆਫ ਮੈਚੂਰੇਸ਼ਨ ਐਂਡ ਐਕਸਪੀਰੀਅੰਸ ਇਜ਼ ਕਾਲਡ। ਇਹਨੂੰ ਤੁਸੀਂ ਵਿਕਾਸ ਦਾ ਨਾਮ ਦਿੰਦੇ ਹੋ, ਡਿਵੈਲਪਮੈਂਟ ਕਹਿੰਦੇ ਹੋ ਇੰਗਲਿਸ਼ ਦੇ ਵਿੱਚ। ਸੋ ਆਪਸ਼ਨ ਨੰਬਰ ਬੀ ਜਵਾਬ ਹੋਊਗਾ ਤੁਹਾਡਾ ਸਹੀ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਕਿਸ ਦੇ ਅਕੋਰਡਿੰਗ ਟੂ ਹੋਮ ਲੈਂਗੁਏਜ ਇਜ਼ ਦਾ ਮੋਸਟ ਇੰਪੋਰਟੈਂਟ ਸਾਈਕੋਲੋਜੀਕਲ ਟੂਲ। ਕਿ ਕਿਸ ਦੇ ਅਨੁਸਾਰ ਭਾਸ਼ਾ ਸਭ ਤੋਂ ਮਹੱਤਵਪੂਰਨ ਮਨੋਵਿਗਿਆਨਿਕ ਔਜ਼ਾਰ ਹੈਗਾ ਆ? ਕੀ ਇਹਨਾਂ ਦਾ ਨਾਮ ਕੋਹਲਬਰਗ ਹੈ, ਵਾਈਗੋਟਸਕੀ ਹੈ ਜਾਂ ਫਿਰ ਪਿਆਜੇ ਹੈ ਜਾਂ ਫਿਰ ਕੋਈ ਵੀ ਨਹੀਂ? ਵੈਸੇ ਸਾਈਕੋਲੋਜੀਕਲ ਟੂਲ ਦੀ ਗੱਲ ਕਰਦੇ ਹਾਂ, ਭਾਸ਼ਾ ਦੀ ਮੇਨ ਜਿਹੜੀ ਗੱਲ ਹੈਗੀ ਆ ਜਾਂ ਫਿਰ ਸਮਾਜ ਦੀ ਜਿਹੜੀ ਗੱਲ ਹੈਗੀ ਆ, ਇਹ ਕਿਹਦੇ ਦੁਆਰਾ ਕੀਤੀ ਗਈ ਹੈ? ਵਾਈਗੋਟਸਕੀ ਨੇ ਇਹਦੀ ਗੱਲ ਕੀਤੀ ਹੈ। ਸੋ ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾਓਗੇ ਟਿਕ ਕਿ ਵਾਈਗੋਟਸਕੀ ਦੇ ਇਹ ਕੰਮ ਸੀਗੇ। ਸੋ ਆਪਸ਼ਨ ਨੰਬਰ ਬੀ ਨੂੰ ਤੁਸੀਂ ਲਗਾ ਲਓ ਟਿਕ। ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਪ੍ਰਸ਼ਨ ਹੈਗਾ ਆ, ਵਿਚ ਆਫ ਦਾ ਫੋਲੋਇੰਗ ਕਰੈਕਟਰਾਈਜ਼ ਪ੍ਰੋਗਰੈਸਿਵ ਕਲਾਸਰੂਮ। ਹੇਠ ਦਿੱਤੇ ਵਿੱਚੋਂ ਕਿਹੜਾ ਇੱਕ ਪ੍ਰਗਤੀਸ਼ੀਲ ਕਲਾਸਰੂਮ ਨੂੰ ਦਰਸਾਉਂਦਾ ਹੈਗਾ ਆ? ਮਟੀਰੀਅਲ ਇਜ਼ ਮੀਨਡ ਓਨਲੀ ਫਾਰ ਡਿਸਪਲੇ, ਸਮੱਗਰੀ ਸਿਰਫ ਡਿਸਪਲੇ ਲਈ ਹੈ। ਸਿਟਿੰਗ ਅਰੇਂਜਮੈਂਟ ਇਜ਼ ਫਿਕਸਡ, ਬੈਠਣ ਦਾ ਪ੍ਰਬੰਧ ਤੈਅ ਹੈ।
ਚਿਲਡਰਨ ਐਜ਼ ਅਸੈਸਡ ਐਟ ਦ ਐਂਡ ਆਫ ਦ ਈਅਰ ਥਰੂ ਫਾਰਮਲ ਐਗਜ਼ਾਮਸ, ਰਸਮੀ ਪ੍ਰੀਖਿਆਵਾਂ ਦੁਆਰਾ ਸਾਲ ਦੇ ਅੰਤ ਵਿੱਚ ਮੁਲਾਂਕਣ ਕੀਤੇ ਗਏ ਬੱਚਿਆਂ। ਜਾਂ ਫਿਰ ਆਪਸ਼ਨ ਨੰਬਰ ਡੀ, ਟੀਚਰ ਪ੍ਰੋਵਾਈਡਸ ਲਰਨਿੰਗ ਓਪਰਚੁਨਿਟੀਜ਼ ਟੂ ਚਿਲਡਰਨ ਟੂ ਇਨੇਬਲ ਕਨਸੈਪਚੁਅਲ ਅੰਡਰਸਟੈਂਡਿੰਗ, ਵਿਚਾਰਧਾਰਕ ਸਮਝ ਨੂੰ ਸਮਰੱਥ ਬਣਾਉਣ ਦੇ ਲਈ ਅਧਿਆਪਕ ਬੱਚਿਆਂ ਨੂੰ ਸਿੱਖਣ ਦੇ ਮੌਕੇ ਪ੍ਰਦਾਨ ਕਰਦਾ ਹੈ। ਸੋ ਬਿਲਕੁਲ ਤੁਸੀਂ ਦੱਸੋ ਕਿਹੜਾ ਜਵਾਬ ਸਹੀ ਹੋਊਗਾ। ਜਦੋਂ ਆਪਾਂ ਗੱਲ ਕਰਦੇ ਹਾਂ ਪ੍ਰੋਗਰੈਸਿਵ ਕਲਾਸਰੂਮ ਦੀ, ਜਿਹਦੇ ਵਿੱਚ ਬੱਚਾ ਆਪ ਕਰਕੇ ਸਿੱਖੇਗਾ, ਹੈ ਨਾ, ਐਕਟਿਵ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਸਿੱਖਦਾ ਆ, ਉਹਨੂੰ ਵੱਧ ਮੌਕੇ ਦਿੱਤੇ ਜਾਂਦੇ ਆ। ਸੋ ਆਪਸ਼ਨ ਨੰਬਰ ਡੀ ਹੀ ਰਿਲੇਟ ਕਰ ਪਾ ਰਿਹਾ ਇਸ ਆਪਸ਼ਨ ਨੂੰ ਕਿ ਟੀਚਰ ਪ੍ਰੋਵਾਈਡਸ ਲਰਨਿੰਗ ਓਪਰਚੁਨਿਟੀਜ਼ ਟੂ ਚਿਲਡਰਨ ਟੂ ਇਨੇਬਲ ਕਨਸੈਪਚੁਅਲ ਅੰਡਰਸਟੈਂਡਿੰਗ, ਵਿਚਾਰਧਾਰਕ ਸਮਝ ਨੂੰ ਸਮਰੱਥ ਬਣਾਉਣ ਦੇ ਲਈ ਅਧਿਆਪਕ ਬੱਚਿਆਂ ਨੂੰ ਸਿੱਖਣ ਦੇ ਮੌਕੇ ਪ੍ਰਦਾਨ ਕਰਦਾ ਹੈ। ਸੋ ਬਿਲਕੁਲ ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਸਹੀ ਕਰੋਗੇ। ਅਤੇ ਦੇਖਦੇ ਹਾਂ ਅੱਜ ਦਾ ਆਪਣਾ ਅਗਲਾ ਪ੍ਰਸ਼ਨ। ਗੱਲ ਕੀਤੀ ਜਾ ਰਹੀ ਹੈ ਸੋਸ਼ੀਓ ਕੰਸਟਰਕਟਿਵਿਸਟ ਕਲਾਸਰੂਮ ਦੀ, ਕਿ ਇੱਕ ਸਮਾਜਿਕ ਰਚਨਾਵਾਦੀ ਕਲਾਸਰੂਮ ਵਿੱਚ ਸੋ ਇਹਦੀ ਵਿਸ਼ੇਸ਼ਤਾ ਦੱਸਣੀ ਆ। ਲਰਨਿੰਗ ਇਜ਼ ਡੀ ਕੰਟੈਕਚੁਅਲਾਈਜ਼ਡ, ਸਿੱਖਣ ਨੂੰ ਸੰਦਰਭ ਤੋਂ ਮੁਕਤ ਕੀਤਾ ਗਿਆ ਹੈ। ਟੀਚਰਸ ਆਰ ਇਨ ਟੋਟਲ ਕੰਟਰੋਲ ਆਫ ਦ ਕਲਾਸਰੂਮ, ਅਧਿਆਪਕਾਂ ਦਾ ਕਲਾਸਰੂਮ 'ਤੇ ਪੂਰਾ ਕੰਟਰੋਲ ਹੈ। ਜਾਂ ਫਿਰ ਆਪਸ਼ਨ ਨੰਬਰ ਸੀ, ਸਟੂਡੈਂਟਸ ਕੰਸਟਰਕਟ ਨੌਲੇਜ ਬਾਏ ਇੰਟਰੈਕਟਿੰਗ ਵਿਦ ਈਚ ਅਦਰ ਐਂਡ ਦ ਟੀਚਰਸ, ਕਿ ਵਿਦਿਆਰਥੀ ਇੱਕ ਦੂਜੇ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਕੇ ਗਿਆਨ ਦਾ ਨਿਰਮਾਣ ਕਰਦੇ ਹਨ। ਜਾਂ ਫਿਰ ਅਸੈਸਮੈਂਟ ਇਜ਼ ਸਮੈਟਿਵ ਐਂਡ ਸਟੈਂਡਰਡਾਈਜ਼ਡ, ਕਿ ਮੁਲਾਂਕਣ ਸੰਖੇਪ ਅਤੇ ਮਿਆਰੀ ਹੈ। ਗੱਲ ਕਰਦੇ ਹਾਂ ਕਿ ਇੱਕ ਸਮਾਜਿਕ ਰਚਨਾਵਾਦੀ ਕਲਾਸਰੂਮ ਦੇ ਵਿੱਚ ਜਦੋਂ ਗੱਲ ਕੀਤੀ ਜਾਂਦੀ ਹੈ ਸੋਸ਼ੋ ਦੀ, ਸੋ ਕਿਤੇ ਨਾ ਕਿਤੇ ਇੰਟਰੈਕਸ਼ਨ ਦੀ ਗੱਲ ਕੀਤੀ ਜਾ ਰਹੀ ਹੈ। ਕੰਸਟਰਕਟ ਦਾ ਮਤਲਬ ਹੁੰਦਾ ਹੈ ਵੀ ਬੱਚਾ ਆਪਣੀ ਨੌਲੇਜ ਨੂੰ ਖੁਦ ਕੰਸਟਰਕਟ ਕਰੇਗਾ ਜਾਂ ਫਿਰ ਟੀਚਰ ਦੀ ਮਦਦ ਨਾਲ ਕਰੇਗਾ। ਸੋ ਇਸ ਆਪਸ਼ਨ ਨੂੰ, ਇਸ ਪ੍ਰਸ਼ਨ ਨੂੰ ਇੱਕੋ ਹੀ ਆਪਸ਼ਨ ਰਿਲੇਟ ਕਰ ਪਾ ਰਹੀ ਹੈ ਜਿਹਦਾ ਨਾਮ ਹੈਗਾ ਜੀ ਸੀ, ਕਿ ਸਟੂਡੈਂਟ ਜਿਹੜੇ ਹੋਣਗੇ ਉਹ ਆਪਦੀ ਨੌਲੇਜ ਨੂੰ ਕੰਸਟਰਕਟ ਕਰਨਗੇ ਖੁਦ ਬਾਏ ਇੰਟਰੈਕਟਿੰਗ ਵਿਦ ਈਚ ਅਦਰ, ਕਿ ਵਿਦਿਆਰਥੀ ਇੱਕ ਦੂਜੇ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ ਅਤੇ ਗਿਆਨ ਦਾ ਨਿਰਮਾਣ ਕਰਨਗੇ। ਸੋ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਟਿਕ ਲਗਾਇਓ। ਦੇਖਦੇ ਹਾਂ ਅਗਲਾ ਪ੍ਰਸ਼ਨ। ਆਊਟ ਆਫ ਦ ਫੋਲੋਇੰਗ ਵਿਚ ਇਜ਼ ਨਾਟ ਦ ਆਰਥੋਪੈਡਿਕਲੀ ਹੈਂਡੀਕੈਪਡ ਕੈਟੇਗਰੀ, ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਹੜਾ ਆਰਥੋਪੈਡਿਕ ਤੌਰ 'ਤੇ ਅਪਾਹਿਜ ਕੈਟੇਗਰੀ ਵਿੱਚ ਗਿਣਿਆ ਹੀ ਨਹੀਂ ਜਾਂਦਾ। ਕਿ ਇਹ ਦਿਮਾਗੀ ਅਧਰੰਗ ਹੈ, ਸੈਰਬਲ ਪੈਲਸੀ ਹੈ, ਬਲਾਈਂਡਨੈਸ ਹੈ, ਅੰਨਾਪਨ, ਬ੍ਰੇਨ ਇੰਜਰੀ ਹੈ, ਦਿਮਾਗੀ ਸੱਟ, ਜਾਂ ਫਿਰ ਪੋਲੀਓ ਹੈ। ਗੱਲ ਕਰਦੇ ਹਾਂ ਆਰਥੋਪੈਡਿਕਲੀ ਹੈਂਡੀਕੈਪਡ ਕੈਟੇਗਰੀ ਦੀ। ਸੋ ਇਹਦੇ ਵਿੱਚ ਆਪਾਂ ਨਾ ਵੀ ਬਲਾਈਂਡਨੈਸ ਨੂੰ, ਅੰਨੇਪਨ ਨੂੰ ਐਡ ਨਹੀਂ ਕਰਦੇ। ਸੋ ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾਓਗੇ ਟਿਕ, ਅੰਨੇਪਨ ਨੂੰ ਨਹੀਂ ਐਡ ਕਰਦੇ ਆਪਾਂ। ਅਤੇ ਦੇਖਦੇ ਹਾਂ ਅਗਲਾ ਜਿਹੜਾ ਪ੍ਰਸ਼ਨ ਹੈਗਾ ਆ ਕਿ ਜਨਸ਼ਾਲਾ ਪ੍ਰੋਗਰਾਮ ਏਮਸ ਟੂ ਮੇਕ ਐਜੂਕੇਸ਼ਨ ਮੋਰ ਐਕਸੈਸਿਬਲ ਫॉर ਗਰਲਸ ਐਂਡ ਚਿਲਡਰਨ ਆਫ, ਕਿ ਜਨਸ਼ਾਲਾ ਪ੍ਰੋਗਰਾਮ ਦਾ ਮੰਤਵ ਕਿਹੜੇ ਬੱਚਿਆਂ ਅਤੇ ਲੜਕੀਆਂ ਦੀ ਸਿੱਖਿਆ 'ਤੇ ਜ਼ੋਰ ਦੇਣਾ ਹੈ। ਮਾਰਜਨਲਾਈਜ਼ਡ ਗਰੁੱਪਸ, ਹਾਸ਼ੀਆਗਤ ਸਮੂਹ, SC ST, ਜਾਂ ਫਿਰ ਵਰਕਿੰਗ ਚਿਲਡਰਨ, ਕੰਮਕਾਜੀ ਬੱਚੇ, ਆਲ ਆਫ ਦਾ ਅਬਵ। ਜਦੋਂ ਆਪਾਂ ਜਨਸ਼ਾਲਾ ਪ੍ਰੋਗਰਾਮ ਦੀ ਗੱਲ ਕਰਦੇ ਹਾਂ, ਇਹਨਾਂ ਦਾ ਮੇਨ ਜਿਹੜਾ ਏਮ ਹੈਗਾ ਆ ਕਿ ਜਿਹੜਾ ਐਜੂਕੇਸ਼ਨ ਹੈਗਾ ਆ ਉਹ ਕੁੜੀਆਂ ਲਈ, ਛੋਟੇ ਬੱਚਿਆਂ ਦੇ ਲਈ ਐਜੂਕੇਸ਼ਨ ਨੂੰ ਹੋਰ ਜ਼ਿਆਦਾ ਐਕਸੈਸਿਬਲ ਬਣਾਇਆ ਜਾਵੇ, ਵੀ ਸਾਰੇ ਪਹੁੰਚ ਕਰ ਸਕਣ। ਅਤੇ ਇਸ ਦੇ ਨਾਲ ਨਾਲ ਗੱਲ ਇਹਨਾਂ ਨੇ ਕੀਤੀ ਆ ਜਿਹੜੀਆਂ ਕੁੜੀਆਂ ਨੇ, ਬੱਚੇ ਹੈਗੇ ਆ, ਕਿਹੜੀ ਕਮਿਊਨਿਟੀ ਤੋਂ ਹੋਣੇ ਚਾਹੀਦੇ ਆ। ਮਾਰਜਨਲਾਈਜ਼ਡ ਗਰੁੱਪਸ ਦੇ, SC ST ਦੇ, ਵਰਕਿੰਗ ਚਿਲਡਰਨ, ਇਹਨਾਂ ਬੱਚਿਆਂ ਦੀ ਗੱਲ ਕੀਤੀ ਜਾਂਦੀ ਆ। ਸੋ ਮਤਲਬ ਆਲ ਆਫ ਦਾ ਅਬਵ ਦੀ ਇੱਥੇ ਗੱਲ ਕੀਤੀ ਜਾ ਰਹੀ ਆ। ਦੇਖ ਲਓ ਜੀ। ਚਲੋ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਇਹਦਾ ਜਵਾਬ ਤੁਸੀਂ ਦਿਓ ਕੀ ਹੋਊਗਾ ਇਹਦਾ ਜਵਾਬ, ਕਿ ਇਹਦੇ ਵਿੱਚ ਐਜੂਕੇਸ਼ਨਲ ਟਰੀਟਮੈਂਟ ਆਫ ADHD ਚਿਲਡਰਨ ਇਜ਼, ਕਿ ADHD ਜਿਹੜੇ ਬੱਚੇ ਹੁੰਦੇ ਆ, ਵਿਦਿਅਕ ਉਪਚਾਰ ਚਾਹੀਦਾ ਹੈ। ਕਿ ਇਹਨਾਂ ਨੂੰ ਇੰਡੀਵਿਜੂਅਲ ਅਟੈਂਸ਼ਨ ਚਾਹੀਦੀ ਹੈ, ਵਿਅਕਤੀਗਤ ਤਵੱਜੋ, ਜਾਂ ਫਿਰ ਇੰਡੀਵਿਜੂਅਲ ਕੇਅਰ, ਵਿਅਕਤੀਗਤ ਦੇਖਭਾਲ, ਜਾਂ ਫਿਰ ਦੋਨੋਂ ਚਾਹੀਦੇ ਆ, ਜਾਂ ਫਿਰ ਕੋਈ ਵੀ ਨਹੀਂ ਚਾਹੀਦਾ। ਸੋ ਆਪਸ਼ਨ ਨੰਬਰ ਕਿਹੜਾ ਜਵਾਬ ਸਹੀ ਹੋਊਗਾ। ਆਪਸ਼ਨ ਨੰਬਰ ਜਿਹੜਾ ਤੁਹਾਡਾ ਸੀ ਜਵਾਬ ਹੈਗਾ ਨਾ, ਇਹ ਬਿਲਕੁਲ ਤੁਹਾਡਾ ਸਹੀ ਹੋਊਗਾ। ADHD ਬੱਚਿਆਂ ਦੇ ਲਈ ਵਿਦਿਅਕ ਉਪਚਾਰ ਚਾਹੀਦਾ ਹੈ। ਸੋ ਇੰਡੀਵਿਜੂਅਲ ਅਟੈਂਸ਼ਨ ਵੀ ਚਾਹੀਦੀ ਹੈ ਅਤੇ ਇੰਡੀਵਿਜੂਅਲ ਕੇਅਰ ਵੀ ਚਾਹੀਦੀ ਹੈ। ਸੋ ਆਪਸ਼ਨ ਨੰਬਰ ਸੀ ਜਵਾਬ 'ਤੇ ਤੁਸੀਂ ਟਿਕ ਲਗਾ ਦਿਓ। ਦੇਖਦੇ ਹਾਂ ਅਗਲਾ ਪ੍ਰਸ਼ਨ। ਹੂ ਇਜ਼ ਦ ਆਥਰ ਆਫ ਦ ਬੁੱਕ ਥਾਟ ਐਂਡ ਲੈਂਗੁਏਜ। ਥਾਟ ਐਂਡ ਲੈਂਗੁਏਜ ਨਾਮ ਦੀ ਜਿਹੜੀ ਕਿਤਾਬ ਹੈਗੀ ਆ, ਇਹ ਕਿਹਦੇ ਦੁਆਰਾ ਲਿਖੀ ਗਈ ਹੈ। ਥਾਟ ਐਂਡ ਲੈਂਗੁਏਜ ਦੀ ਜਿਹੜੀ ਗੱਲ ਹੈਗੀ ਆ ਜਾਂ ਫਿਰ ਕਿਤਾਬ ਹੈਗੀ ਆ, ਇਹ ਵਾਈਗੋਟਸਕੀ ਦੁਆਰਾ ਲਿਖੀ ਆ, ਗਲਫੋਰਡ ਦੁਆਰਾ ਲਿਖੀ ਹੈ, ਬਰੂਨਰ ਦੁਆਰਾ ਲਿਖੀ ਹੈ, ਜਾਂ ਫਿਰ ਪਿਆਜੇ ਦੁਆਰਾ ਲਿਖੀ ਹੈ। ਮੇਰੇ ਜਵਾਬ ਦੇਣ ਤੋਂ ਪਹਿਲਾਂ ਦੱਸੋ ਤੁਸੀਂ ਸਹੀ ਜਵਾਬ ਦੀ। ਜੇ ਮੈਂ ਗੱਲ ਕਰਾਂ ਤਾਂ ਇੱਥੇ ਸਹੀ ਜਵਾਬ ਹੋਏਗਾ ਜੀ ਵਾਈਗੋਟਸਕੀ ਦੁਆਰਾ। ਵਾਈਗੋਟਸਕੀ ਨੇ ਕਿਤਾਬ ਲਿਖੀ ਸੀਗੀ ਥਾਟ ਐਂਡ ਲੈਂਗੁਏਜ। ਆਪਸ਼ਨ ਨੰਬਰ ਸੀ ਜਵਾਬ 'ਤੇ ਕਰਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ, ਸੈਕੰਡ ਲਾਸਟ ਪ੍ਰਸ਼ਨ ਹੈ। ਹੂ ਇਜ਼ ਨੋਨ ਐਜ਼ ਦ ਫਾਊਂਡਰ ਆਫ ਡਿਫਰੈਂਸ਼ੀਅਲ ਸਾਈਕੋਲੋਜੀ। ਭੇਦਾਤਮਕ ਡਿਫਰੈਂਸ਼ੀਅਲ ਮਨੋਵਿਗਿਆਨ ਦਾ ਮੋਢੀ ਕਿਹਾ ਕਿਹਨੂੰ ਜਾਂਦਾ ਆ। ਕੀ ਇਹਨਾਂ ਦਾ ਨਾਮ ਗੈਲਟਨ ਹੈ, ਬਿਨੇ ਹੈ, ਸਾਈਮਨ ਹੈ, ਪਿਆਜੇ ਹੈ। ਸਹੀ ਜਵਾਬ ਦੱਸੋ ਤੁਸੀਂ ਮੈਨੂੰ, ਮੈਂ ਸਹੀ ਜਵਾਬ ਦੱਸਣ ਜਾ ਰਿਹਾ। ਸਹੀ ਜਵਾਬ ਦੀ ਜੇਕਰ ਗੱਲ ਕਰਦੇ ਹਾਂ
डिफरेंशियल साइकोलॉजी की गल या फिर फाउंडर जिहड़े हैगे ने वो हैगे आ गैल्टन। गैल्टन इज़ द राइट आंसर। गैल्टन ते लगा लिओ टिक। इस तरह के कुछ स्टैटिक प्रश्न भी आ जाते हैं, एक अद्धा ही आता है, कोई ज़्यादा नहीं आते। तो देखो अज का लास्ट प्रश्न, लास्ट जिहड़ा प्रश्न हैगा आ, सो टू एक्सैस द IQ ऑफ अ परसन, IQ जेकर आप पता करना आ तो किहड़ा फार्मूला यूज़ करांगे। किसी व्यक्ति का IQ का मुलांकन करने के लिए हेठ लिखिया फार्मूले की वरतों की जाती है। दसो क्रॉनिकल एज मैंटल एज ਨੂੰ ਆਪਾਂ ਮਲਟੀਪਲਾਈ ਕਰਾਂਗੇ 100 ਦੇ ਨਾਲ, ਜਾਂ ਫਿਰ ਮੈਂਟਲ ਏਜ ਕ੍ਰੋਨਿਕਲ ਏਜ ਨੂੰ ਆਪਾਂ ਮਲਟੀਪਲਾਈ ਕਰਾਂਗੇ 100 ਦੇ ਨਾਲ, ਜਾਂ ਫਿਰ ਕ੍ਰੋਨਿਕਲ ਏਜ ਨੂੰ ਜੋੜ ਦਾਂਗੇ ਮੈਂਟਲ ਏਜ ਦੇ ਨਾਲ ਤੇ ਭਾਗ ਕਰ ਦਾਂਗੇ 100 ਦੇ ਨਾਲ। ਦੱਸੋ ਕੀ ਹੋਊਗਾ। ਤੇ ਸਹੀ ਜਵਾਬ ਦੱਸਣ ਤੋਂ ਪਹਿਲਾਂ ਮੈਂ ਇੱਕ ਫਾਰਮੂਲਾ ਹੀ ਦੱਸ ਦਿੰਦਾ ਆ, ਤੁਸੀਂ ਇਸ ਤਰ੍ਹਾਂ ਯਾਦ ਕਰ ਲਓ ਮੈਕਾ, ਇਸ ਤਰ੍ਹਾਂ ਯਾਦ ਕਰ ਲਓ ਮੈਕਾ, ਮੈਕਾ ਤੋਂ ਯਾਦ ਕਰ ਲਿਓ MA ਡਿਵਾਈਡਡ ਬਾਏ CA, ਇਹਨੂੰ ਕਰ ਦਾਂਗੇ ਮਲਟੀਪਲਾਈ 100 ਦੇ ਨਾਲ। ਤੇ ਦੇਖੋ ਇਸ ਤਰ੍ਹਾਂ ਦਾ ਕੋਈ ਫਾਰਮੂਲਾ ਦੇਖਣ ਨੂੰ ਮਿਲ ਰਿਹਾ ਤੁਹਾਨੂੰ MA CA, ਵੇਖੋ ਮਿਲ ਗਿਆ B ਤੇ, B ਤੇ ਤੁਹਾਨੂੰ ਫਾਰਮੂਲਾ ਮਿਲ ਗਿਆ। ਸੋ ਇਹੀ ਤੁਹਾਡਾ ਸਹੀ ਜਵਾਬ ਹੈਗਾ ਆ। ਮੈਂਟਲ ਏਜ ਨੂੰ ਆਪਾਂ ਕੀਤਾ ਮਾਨਸਿਕ ਉਮਰ, ਕ੍ਰੋਨਿਕਲ ਏਜ ਫਿਰ ਗੁਣਾ ਕਰਤੀ 100 ਦੇ ਨਾਲ। ਤੇ ਕਈ ਵਾਰ ਹੋ ਸਕਦਾ ਇਹੋ ਜਿਹਾ ਤੁਹਾਨੂੰ ਪ੍ਰਸ਼ਨ ਆ ਜਾਵੇ, ਉੱਥੇ ਮੈਂਟਲ ਏਜ ਦਿੱਤੀ ਹੋਵੇ, ਕ੍ਰੋਨਿਕਲ ਏਜ ਦਿੱਤੀ ਹੋਵੇ ਤੇ ਤੁਹਾਨੂੰ ਕਿਹਾ ਜਾਵੇ ਕਿ ਚਲੋ IQ ਲੱਭ ਕੇ ਦਿਖਾਓ, ਜਾਂ ਫਿਰ ਉੱਥੇ IQ ਦਿੱਤਾ ਹੋਊਗਾ, ਮੈਂਟਲ ਏਜ ਦਿੱਤੀ ਨਹੀਂ ਹੋਣੀ, ਕ੍ਰੋਨਿਕਲ ਏਜ ਨਹੀਂ ਦਿੱਤੀ ਹੋਣੀ, ਕ੍ਰੋਨਿਕਲ ਏਜ ਦਿੱਤੀ ਹੋਗੀ, ਮੈਂਟਲ ਏਜ ਨਹੀਂ ਦਿੱਤੀ ਹੋਣੀ, ਤੇ ਤੁਹਾਨੂੰ ਕਹਿਣਗੇ ਵੀ ਚਲੋ ਬਾਕੀ ਦਾ ਕੱਢ ਕੇ ਵਿਖਾਓ। ਸੋ ਇਹੋ ਜਿਹੇ ਪ੍ਰਸ਼ਨ ਵੀ ਆ ਗਏ ਤੇ ਜ਼ਿਆਦਾ ਤੁਸੀਂ ਘਬਰਾਉਣਾ ਨਹੀਂ ਹੈਗਾ। ਐਂਡ ਦੋਸਤੋ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ, ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ, ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ। ਤੇ ਦੋਸਤੋ ਸੈਸ਼ਨ ਦੀ PDF ਨੂੰ ਪ੍ਰਾਪਤ ਕਰਨ ਦੇ ਲਈ ਆਪਣਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਿਓ, ਜਿਹਦਾ ਨਾਮ ਹੈਗਾ ਜੀ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਤੇ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗੋਡ ਬlesਸ ਯੂ ਆਲ।